ਦੁਪਹਿਰ ਦਾ ਵਕਤ ਸੀ। ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ। ਨਾਲ ਚੇਲਾ ਹੈ ਆਨੰਦ, ਜੋ ਰਿਸ਼ਤੇ ਦੇ ਚਚੇਰਾ ਬਿਰਾਹ ਸੀ, ਚੇਲਾ ਬਣ ਗਿਆ ਸੀ, ਨਾਲ ਸੀ। ਉਹਨੇ ਕਰਮੰਡਲ ਪਾਣੀ ਦਾ ਨਲ ਭਰ ਲਿਆ ਬਈ ਦੁਪਹਿਰ ਦਾ ਵਕਤ, ਬਿਹਾਰ ਦੀ ਗਰਮੀ। ਆਖਿਰ 2 ਕੋਹ ਦਾ ਪਿੰਡ ਹੈ, 4 ਮੀਲ ਦਾ ਪਿੰਡ ਹੈ। ਅਜੇ ਅੱਧੀ ਵਾਟ ਤੈਅ ਹੋਈ ਹੋਵੇਗੀ। ਮਹਾਤਮਾ ਬੁੱਧ ਨੇ ਆਖਿਆ, ਆਨੰਦ ਤੂੰ ਨਲ ਪਾਣੀ ਲਿਆਂਦਾ? ਹਾਂ ਲਿਆਂਦਾ, ਦੇ। ਕਰਮੰਡਲ ਦੇ ਦਿੱਤਾ, ਸਾਰੇ ਦਾ ਸਾਰਾ ਇੱਕ ਬੂਟੇ 'ਚ ਪਾ ਦਿੱਤਾ। ਆਨੰਦ ਕਹਿੰਦਾ, ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ, ਅਜੇ ਤੇ ਰਸਤਾ ਬਹੁਤ ਰਹਿੰਦਾ ਹੈ, ਅੱਧੀ ਵਾਟ ਤੈਅ ਹੋਈ ਹੈ, ਸਾਨੂੰ ਵੀ ਪਿਆਸ ਲੱਗ ਸਕਦੀ ਹੈ, ਤੁਸੀਂ ਸਾਰਾ ਪਾਣੀ ਦੇ ਦਿੱਤਾ। ਮਹਾਤਮਾ ਬੁੱਧ ਨੇ ਆਖਿਆ, ਸਾਨੂੰ ਪਿਆਸ ਲੱਗ ਸਕਦੀ ਹੈ, ਇਹ ਪਿਆਸ ਤੋਂ ਮਰ ਰਿਹਾ ਸੀ। ਸਾਡੇ ਕੋਲ ਕਰਮੰਡਲ ਪਾਣੀ ਹੋਵੇ, ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ। ਹਾਂ, ਪਾਣੀ ਨਹੀਂ ਸੀ, ਗੱਲ ਵੱਖ। ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਹੁੰਦੇ ਨੇ। ਸਤਿਗੁਰਾਂ ਨੇ ਦਸਵੰਧ ਦੀ ਮਰਿਆਦਾ ਬਣਾਈ ਹੈ। ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਅਤੇ ਇੱਕ ਦੇ ਕੋਲ ਸਿਰਫ 10 ਨੇ। ਇੱਕ ਨੇ 1 ਰੁਪਇਆ ਦਸਵੰਧ ਕੱਢਿਆ, ਦਾਨ ਕੀਤਾ ਹੈ, ਇੱਕ ਨੇ 1 ਕਰੋੜ ਕੀਤਾ, ਬਰਾਬਰ ਨੇ। ਇਸ ਚੱਕਰ 'ਚ ਨਾ ਪੈਣਾ, ਜਿਹਨੇ ਕਰੋੜ ਦਾਨ ਕੀਤਾ ਮਹਾਨ ਦਾਨੀ ਹੈ, ਕੱਖ ਨਹੀਂ ਦਾਨੇ। ਉਹਦਾ 1 ਰੁਪਇਆ ਉਸ ਕਰੋੜ ਤੋਂ ਘੱਟ ਨਹੀਂ ਹੈ। ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ। ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ, ਮਹਾਤਮਾ ਬੁੱਧ ਕੋਲ ਹੋਰ ਕੁਛ ਵੀ ਨਹੀਂ ਸੀ, ਦੇ ਦਿੱਤਾ। ਮੋਗਰੇ ਮਹਿਮਨ ਤੇ ਤਨ ਤੇ ਧਨ ਲੋ ਸਿਰ ਹੈ ਸਭ ਹੀ ਨਹੀਂ ਕੋ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਮੇਰੇ ਘਰ ਦੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਜੋ ਕੁਛ ਵੀ ਹੈ, ਸਭ ਜਗਤ ਦਾ ਹੈ, ਸਭ ਖਾਲਸੇ ਦਾ, ਆਪਣਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਅਮੀਰੀ ਮਾਲ ਅਸਬਾਬ ਤੋਂ ਨਹੀਂ ਹੈ। ਇਹਦੇ ਕੋਲ ਇਤਨੀਆਂ ਮਹਿਲ ਮਾੜੀਆਂ ਨੇ, ਇਹਦਾ ਇਤਨਾ ਬੈਂਕ ਬੈਲੈਂਸ ਹੈ, ਇਹਦੇ ਕੋਲ ਇਤਨੀ ਧਨ ਸੰਪਦਾ ਹੈ। ਅਮੀਰੀ ਨਾਪੀ ਜਾਂਦੀ ਹੈ ਦਿਲ ਤੋਂ। ਅਗਰ ਦਿਲ ਦੇ 'ਚ ਬਿਰਾਹ ਵਾਸਤੇ ਵੀ ਥਾਂ ਕੋਈ ਨਹੀਂ, ਪਿਓ ਵਾਸਤੇ ਵੀ ਥਾਂ ਕੋਈ ਨਹੀਂ, ਮਾਂ ਵਾਸਤੇ ਵੀ ਥਾਂ ਕੋਈ ਨਹੀਂ, ਤਾਂ ਇਹਨੂੰ ਅਮੀਰ ਆਖੋਗੇ? ਮਹਾਸ਼ੋਮ ਮਨੁੱਖ ਹੈ, ਕੁਛ ਵੀ ਨਹੀਂ, ਗਰੀਬ ਮਨੁੱਖ। ਲੱਛਣ ਦੱਸਦੇ ਨੇ, ਸੁਭਾਅ ਦੱਸਦਾ ਹੈ, ਤਰਜ਼ੇ ਜ਼ਿੰਦਗੀ ਦੱਸਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਭੁਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੋ ਅੰਗੂਰੀਆ। ਹੇ ਪ੍ਰਭੂ, ਮੇਰੀ ਉਂਗਲ ਪਕੜ, ਮੈਂ ਨਹੀਂ ਚੱਲ ਸਕਦਾ। ਮੈਂ ਤੇਰੇ ਰਸਤੇ 'ਤੇ ਚੱਲ ਤੇ ਪਿਆ, ਪਰ ਉਸ ਬੱਚੇ ਦੀ ਤਰ੍ਹਾਂ ਜਿਹਨੇ ਅੱਜ ਚੱਲਣਾ ਸਿੱਖਿਆ। ਅਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ, ਕਿਤਨੇ ਕੁ ਪੁੱਟੇਗਾ। ਗੁਜਰਾਤ ਦੇ ਇਲਾਕੇ 'ਚ ਮੈਂ ਦੇਖਿਆ, ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ, ਅਤੇ ਉਹ ਘਰ ਦੇ 'ਚ ਸ਼ਗਨ ਮਨਾਉਂਦੇ ਨੇ, ਲੱਡੂ ਵੰਡਦੇ ਨੇ, ਨੱਚਦੇ ਨੇ, ਖੁਸ਼ੀਆਂ ਮਨਾਉਂਦੇ, ਬੱਚੇ ਨੂੰ ਚੱਲਣਾ ਆ ਗਿਆ। ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲ੍ਹਣ ਲੱਗ ਪੈਂਦਾ, ਪਹਿਲਾ ਬੋਲ ਬੋਲਦਾ ਹੈ, ਫਿਰ ਖੁਸ਼ੀ ਮਨਾਉਂਦੇ ਨੇ। ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਿਠਾਈਆਂ ਬਣਾ ਕੇ ਵੰਡਦੇ ਨੇ, ਪੜੋਸੀਆਂ ਨੂੰ ਬੁਲਾ ਕੇ, ਰਿਸ਼ਤੇਦਾਰਾਂ ਨੂੰ ਬੁਲਾ ਕੇ। ਸਾਡਾ ਬੱਚਾ ਬੋਲਣ ਲੱਗ ਪਿਆ, ਉਹਦੀ ਜ਼ਬਾਨ 'ਚੋਂ ਬੋਲ ਨਿਕਲਿਆ। 4-5 ਸਾਲ ਦਾ ਬੱਚਾ ਹੋ ਜਾਏ ਅਤੇ ਬੋਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ, ਚਿੰਤਾ ਹੋ ਜਾਂਦੀ, ਸਮਝ ਨਹੀਂ ਆਉਂਦੀ, ਬੋਲਦਾ ਨਹੀਂ ਪਿਆ। 3 ਸਾਲ ਦਾ ਬੱਚਾ ਹੋ ਜਾਏ, ਕਦਮ ਨਾ ਪੁੱਟੇ, ਖੜਾ ਨਾ ਹੋਵੇ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ, ਪਤਾ ਨਹੀਂ ਗੱਲ ਕੀ ਹੈ। ਕਦਮ ਹੀ ਨਹੀਂ ਪੁੱਟਦਾ, ਖੜਾ ਹੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਚੱਲ ਤੇ ਪਿਆ ਤੇਰੇ ਮਾਰਗ 'ਤੇ, ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਕਦਮ ਪੁੱਟਿਆ, ਜਿਹਦਾ ਧਿਆਨ ਥੋੜ੍ਹਾ ਜਿਹਾ ਵੀ ਸ਼ਬਦ ਦੀ ਤਰਫ, ਗੁਰੂ ਦੀ ਤਰਫ ਚੱਲਿਆ, ਸਮਝ ਲਓ ਉਸਨੇ ਕਦਮ ਪੁੱਟਿਆ। ਅਤੇ ਜਿਹਦਾ ਧਿਆਨ ਹੀ ਨਹੀਂ ਚੱਲਿਆ,
ਸੁਰਤ ਸ਼ਬਦ ਦਾ ਮੇਲ ਹੈ, ਸੁਰਤ ਧਿਆਨ ਨੂੰ ਕਹਿੰਦੇ ਨੇ। ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ, ਪਾਠ ਕਰ ਰਿਹਾ ਸੁਰਤ ਉਹਦੇ 'ਚ ਹੈ ਕਿ ਨਹੀਂ। ਸੁਰਤ ਸਰੋਤ ਨੂੰ ਵੀ ਕਹਿੰਦੇ ਨੇ, ਸੁਣਨ ਨੂੰ ਵੀ ਕਹਿੰਦੇ ਨੇ। ਸੁਰਤ ਦੇ 3 ਅਰਥ ਨੇ, ਚਲੋ ਮੈਂ ਇਹ ਵੀ ਦੁਹਰਾ ਦਿਆਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਇਹ ਤਾਂ ਸੁਰਤ ਦੇ 'ਚ ਹੈ, ਸੁਣ ਰਿਹਾ ਹੈ। ਅਤੇ ਜੇ ਸੁਰਤ ਦੇ 'ਚ ਹੈ ਤਾਂ ਸੁਰਤ ਆ ਜਾਏਗੀ, ਸਮਝ ਆ ਜਾਏਗੀ। ਅਤੇ ਜੇ ਸੁਰਤ ਆ ਗਈ ਹੈ ਤਾਂ ਸੁਰਤ ਜੁੜ ਜਾਏਗੀ, ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ। ਪਰ ਪਹਿਲੇ ਤਾਂ ਸੁਣਨਾ, ਪੜ੍ਹੀ ਜਾ ਰਿਹਾ, ਪੜ੍ਹੀ ਜਾ ਰਿਹਾ, ਸੁਣਦਾ ਤਾਂ ਹੈ ਨਹੀਂ ਪਿਆ, ਅਜੇ ਧਿਆਨ ਨਹੀਂ ਚੱਲਿਆ। ਅਜੇ ਬੱਚੇ ਦੀ ਤਰ੍ਹਾਂ ਹੈ, ਜਨਮ ਤਾਂ ਇਸ ਦਾ ਹੋ ਗਿਆ, ਚੱਲਣਾ ਕੋਈ ਨਹੀਂ ਇਹਦੇ ਕੋਲ। ਅਤੇ ਮੈਂ ਫਿਰ ਅਰਜ਼ ਕਰਾਂ, 3 ਸਾਲ ਹੋ ਜਾਣ, ਬੱਚਾ ਚਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ। 50-60 ਸਾਲ ਹੋ ਗਏ ਨੇ, ਧਿਆਨ ਸ਼ਬਦ ਦੀ ਤਰਫ ਚਲਿਆ ਹੀ ਨਹੀਂ। ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ, ਕੀ ਹੋ ਗਿਆ ਇਸ ਨੂੰ, ਇਹ ਕਿਉਂ ਨਹੀਂ ਚੱਲਦਾ। ਮੈਂ ਅਰਜ਼ ਕਰਾਂ, ਘੱਟ ਲੋਕਾਂ ਦੀ ਸੁਰਤ ਸ਼ਬਦ ਦੀ ਤਰਫ ਚੱਲਦੀ ਹੈ। ਇਸ ਵਾਸਤੇ ਪੜ੍ਹਨ ਦੇ ਨਾਲੋਂ, ਗੁਰਬਾਣੀ ਪੜ੍ਹਨ ਦੇ ਨਾਲੋਂ ਸੁਣਨਾ ਲੱਖਾਂ ਗੁਣਾ ਔਖਾ ਹੈ। ਬਿਨਾਂ ਸੁਰਤ ਤੋਂ ਸੁਣ ਹੀ ਨਹੀਂ ਸਕੇਗਾ, ਨਹੀਂ ਸੁਣ ਸਕੇਗਾ। ਪਰ ਬਿਨਾਂ ਸੁਰਤ ਤੋਂ ਪੜ੍ਹ ਸਕੇਗਾ। ਭਟਕੀ ਹੋਈ ਸੁਰਤ ਨਾਲ, ਭਟਕੇ ਹੋਏ ਧਿਆਨ ਨਾਲ ਵੀ ਪੜ੍ਹ ਸਕਦਾ ਹੈ। ਪੜ੍ਹਨ ਵਾਸਤੇ ਧਿਆਨ ਬਾਹਰ ਕਰਨਾ ਪੈਂਦਾ ਹੈ, ਨਜ਼ਰਾਂ ਵੀ ਬਾਹਰ ਕਰਨੀਆਂ ਪੈਂਦੀਆਂ ਨੇ। ਸੁਣਨ ਵਾਸਤੇ ਤਾਂ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ, ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਂ ਹੀ ਸੁਣ ਸਕੇਗਾ, ਵਰਨਾ ਨਹੀਂ ਸੁਣ ਸਕਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਜਾ ਸੁਣ ਰਿਹਾ ਹੁੰਦਾ। ਸੁਣਨ ਵਾਲਾ ਫਿਰ ਕਹਿ ਦਿੰਦਾ, ਇੱਕ ਦਫਾ ਫਿਰ ਆਖ, ਮੈਂ ਨਹੀਂ ਸੁਣਿਆ। ਤੂੰ ਕਿਉਂ ਨਹੀਂ ਸੁਣਿਆ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਇਹਦਾ ਮਤਲਬ ਧਿਆਨ ਸ਼ਬਦ ਦੇ 'ਚ ਨਹੀਂ। ਪਾਠ ਕਰ ਰਿਹਾ, ਧਿਆਨ ਨਹੀਂ ਹੈ, ਅਜੇ ਇਹਨੂੰ ਚੱਲਣਾ ਨਹੀਂ ਆਇਆ, ਨਹੀਂ ਆਇਆ। ਅੰਮ੍ਰਿਤ ਵੇਲਾ ਹੋ ਗਿਆ, ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਨਹੀਂ ਆਇਆ, ਅਜੇ ਬੱਚਾ ਇਸ ਨੂੰ ਬੋਲਣਾ ਨਹੀਂ ਆਇਆ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ, ਮੈਂ ਧਾਰਮਿਕ ਤੌਰ 'ਤੇ ਬੱਚਾ ਹਾਂ ਅਗਰ ਮੈਂ ਅੰਮ੍ਰਿਤ ਵੇਲੇ ਜਪ ਨਹੀਂ ਕਰਦਾ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ, ਸਰੀਰਕ ਤੌਰ 'ਤੇ ਭਾਵੇਂ ਮੈਂ ਜਵਾਨ ਅਤੇ ਬੁੱਢਾ ਹਾਂ, ਪਰ ਸੁਰਤ ਕਰਕੇ ਮੈਂ ਬੱਚਾ। ਜੇ ਮੇਰੀ ਸੁਰਤ ਚੱਲੀ ਨਹੀਂ ਪ੍ਰਭੂ ਦੇ ਮਾਰਗ 'ਤੇ, ਧਾਰਮਿਕ ਤਲ 'ਤੇ ਮੈਂ ਬੱਚਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਉੱਪਰ ਲੈਂਦੇ ਪਏ ਨੇ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਓ ਅੰਗੁਰੀਆ। ਹੇ ਪ੍ਰਭੂ, ਮੈਂ ਚੱਲ ਤੇ ਪਿਆ, ਪਰ ਕੀ ਕਰਾਂ, ਗਿਰ ਜਾਂਦਾ, ਗਿਰ ਜਾਂਦਾ। ਜ਼ਿਆਦਾ ਕਦਮ ਪੁੱਟਣੇ ਔਖੇ ਹੋ ਜਾਂਦੇ ਨੇ। ਸੁਰਤ ਜੁੜਦੀ ਹੈ, ਟੁੱਟਦੀ ਹੈ, ਜੁੜਦੀ ਹੈ, ਟੁੱਟਦੀ ਹੈ। ਇਸ ਤਰ੍ਹਾਂ ਹੀ ਹੁੰਦਾ ਹੈ। ਚੱਲ ਪਏ, ਗਿਰ ਗਏ, ਚੱਲ ਪਏ, ਗਿਰ ਗਏ। ਚੱਲ ਪਿਆ, ਸਤਸੰਗ ਦੇ 'ਚ ਬੈਠਾ ਹੈ, ਚੱਲ ਪਿਆ, ਕੁਸੰਗਤ ਵਿੱਚ ਬੈਠਾ ਹੈ, ਗਿਰ ਗਿਆ। ਸੱਚ ਪਿਆ ਬੋਲਦਾ, ਚੱਲ ਪਿਆ, ਬਿਨਾਂ ਧਿਆਨ ਤੋਂ ਸੱਚ ਨਹੀਂ ਬੋਲ ਸਕੇਗਾ। ਝੂਠ ਬੋਲ ਰਿਹਾ, ਗਿਰ ਗਿਆ। ਪਰਉਪਕਾਰ ਦੀ ਭਾਵਨਾ ਪੈਦਾ ਹੋ ਗਈ ਹੈ, ਚੱਲ ਪਿਆ, ਦੁਰਾਚਾਰ ਦਾ ਖਿਆਲ ਆ ਗਿਆ, ਗਿਰ ਗਿਆ। ਕਈ ਦਫਾ ਤਾਂ ਜ਼ਿੰਦਗੀ ਭਰ ਮਨੁੱਖ ਧਾਰਮਿਕ ਤਲ 'ਤੇ ਬੱਚਾ ਹੀ ਬਣਿਆ ਰਹਿੰਦਾ ਹੈ। ਪਹਿਚਾਣ ਕੀ ਆਉਂਦੀ ਹੈ, ਚੱਲਦਾ ਹੈ, ਗਿਰਦਾ ਹੈ, ਚੱਲਦਾ ਹੈ, ਗਿਰਦਾ ਹੈ, ਚੱਲਦਾ ਹੈ, ਕਰਦਾ, ਗਿਰਦਾ ਹੈ। ਸੱਚ ਬੋਲਦਾ ਹੈ, ਝੂਠ ਬੋਲਦਾ ਹੈ, ਦਾਨ ਕਰਦਾ ਹੈ, ਬੇਈਮਾਨੀ ਕਰਦਾ ਹੈ, ਪਰਉਪਕਾਰ ਕਰਦਾ ਹੈ, ਦੁਰਾਚਾਰ ਕਰਦਾ ਹੈ, ਸਤਸੰਗ ਕਰਦਾ ਹੈ, ਕੁਸੰਗ ਕਰਦਾ ਹੈ, ਸਭ ਕੁਝ ਕਰਦਾ ਹੈ। ਚੱਲਦਾ ਹੈ, ਗਿਰਦਾ ਹੈ, ਚੱਲਦਾ ਹੈ, ਗਿਰਦਾ ਹੈ। ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਤੂੰ ਮੇਰੀ ਉਂਗਲ ਪਕੜ, ਮੈਂ ਗਿਰਾਂ ਨਾ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਹੋ ਅੰਗੁਰੀਆ। ਸਰਵਨ ਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟੁਤ ਪਿੰਗੋਰੀਆ। ਹੇ ਪ੍ਰਭੂ, ਤੈਨੂੰ ਵੇਖ ਸਕਾਂ, ਮੇਰੇ ਕੋਲ ਅੱਖਾਂ ਨਹੀਂ ਨੇ। ਹੁਣੇ ਮੈਂ ਅਰਜ਼ ਕੀਤੀ, ਇੱਕ ਮਾਸੂਮ ਬੱਚਾ, ਨਵਾਂ ਜਨਮਾ ਬੱਚਾ ਮਾਂ ਦੀ ਗੋਦ 'ਚ ਹੈ, ਅੱਖਾਂ ਉਹਦੀਆਂ ਖੋਲ੍ਹੀਆਂ ਨੇ, ਪਰ ਇਹਨੂੰ ਇਹ ਨਹੀਂ ਪਤਾ ਇਹ ਮੇਰੀ ਮਾਂ ਹੈ। ਕੁਛ ਨਹੀਂ ਪਤਾ। ਮਾਂ ਕੁਛ ਬੋਲ ਰਹੀ ਹੈ,
ਇਹਨੂੰ ਕੁਛ ਵੀ ਨਹੀਂ ਸਮਝ ਕੀ ਬੋਲ ਰਹੀ ਹੈ। ਤੇ ਇਹਦੇ ਕੋਲ ਤੇ ਜ਼ਬਾਨ ਅਜੇ ਚੱਲਦੀ ਨਹੀਂ ਬੱਚੇ ਦੀ, ਅਜੇ ਬੋਲ ਹੈ ਨਹੀਂ ਕੋਈ ਨਹੀਂ। ਸਤਿਗੁਰੂ ਕਹਿੰਦੇ ਨੇ ਤੈਨੂੰ ਸੁਣ ਸਕਾਂ ਪ੍ਰਭੂ ਮੇਰੇ ਕੋਲ ਕੰਨ ਕੋਈ ਨਹੀਂ, ਤੈਨੂੰ ਵੇਖ ਸਕਾਂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ, ਮੈਂ ਆਪਣੇ ਬੋਲ ਤੇਰੇ ਕੰਨਾਂ ਤੱਕ ਪਹੁੰਚਾ ਸਕਾਂ ਮੇਰੇ ਕੋਲ ਜ਼ਬਾਨ ਵੀ ਕੋਈ ਨਹੀਂ। ਹੁਣ ਜ਼ਬਾਨ ਵੀ ਕੰਮ ਨਾ ਕਰੇ, ਅੱਖਾਂ ਵੀ ਕੰਮ ਨਾ ਕਰਨ, ਕੰਨ ਵੀ ਕੰਮ ਨਾ ਕਰਨ, ਪੈਰ ਵੀ ਕੰਮ ਨਾ ਕਰਨ, ਹੱਥ ਵੀ ਨਾ ਕੰਮ ਕਰਨ, ਤੇ ਧਾਰਮਿਕ ਤੌਰ 'ਤੇ ਮਨੁੱਖ ਪੱਥਰ ਹੀ ਹੋ ਗਿਆ। ਔਰ ਕੀ ਪੱਥਰ ਵੇਖ ਨਹੀਂ ਸਕਦਾ, ਸੁਣ ਨਹੀਂ ਸਕਦਾ, ਬੋਲ ਨਹੀਂ ਸਕਦਾ, ਚੱਲ ਨਹੀਂ ਸਕਦਾ, ਕੁਝ ਕਰ ਨਹੀਂ ਸਕਦਾ। ਮੈਂ ਫਿਰ ਅਰਜ਼ ਕਰਦਿਆਂ ਉਸ ਬੌਧ ਭਿਕਸ਼ੂ ਦੀ ਤਰ੍ਹਾਂ ਜਿਸ ਨੇ ਚੀਨ ਦੇ ਬਾਦਸ਼ਾਹ ਨੂੰ ਕਹਿ ਦਿੱਤਾ ਸੀ ਇਸ ਪੱਥਰਾਂ ਦੇ ਢੇਰ ਤੋਂ, ਔਰ ਤੁਹਾਨੂੰ ਸਾਰਿਆਂ ਨੂੰ ਵੇਖ ਕੇ ਉਹਨੇ ਕਹਿ ਦਿੱਤਾ ਸੀ ਮੈਂ ਕੋਈ ਫਰਕ ਨਹੀਂ ਸਮਝਦਾ, ਮੈਂ ਕੋਈ ਨਾ ਮੇਰੀ ਗੱਲ ਪੱਥਰ ਸੁਣਦੇ ਨਾ ਤੁਸੀਂ ਸੁਣਦੇ ਆ, ਨਾ ਪੱਥਰ ਚੱਲਦੇ ਨਾ ਤੁਹਾਡਾ ਧਿਆਨ ਰੱਬ ਦੇ ਮਾਰਗ 'ਤੇ ਚੱਲਦਾ, ਨਾ ਪੱਥਰਾਂ ਨੂੰ ਪਰਮਾਤਮਾ ਦਿਖਾਈ ਦਿੰਦਾ ਨਾ ਤੁਹਾਨੂੰ ਦਿਖਾਈ ਦਿੰਦਾ। ਮੈਂ ਤੁਹਾਨੂੰ ਤੇ ਪੱਥਰਾਂ ਦੇ 'ਚ ਕੋਈ ਫਰਕ ਨਹੀਂ ਸਮਝਦਾ। ਬੜੇ ਧਿਆਨ ਨਾਲ ਸੁਣਨਾ। ਸਰਵਨ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟੁਤ ਪਿੰਗੁਰੀਆ। ਵੇਖ ਸਕਾਂ ਮੇਰੇ ਕੋਲ ਅੱਖਾਂ ਕੋਈ ਨਹੀਂ ਏ ਪ੍ਰਭੂ, ਸੁਣ ਸਕਾਂ ਮੇਰੇ ਕੋਲ ਕੰਨ ਵੀ ਕੋਈ ਨਹੀਂ, ਆਪਣੇ ਬੋਲ ਤੇਰੇ ਕੰਨਾਂ ਤੱਕ ਪਹੁੰਚਾ ਸਕਾਂ ਮੇਰੇ ਕੋਲ ਜ਼ਬਾਨ ਵੀ ਕੋਈ ਨਹੀਂ। ਇਹਨੂੰ ਭਾਈ ਗੁਰਦਾਸ ਨੇ ਜਿਹੜੇ 2 ਸਵਈਆਂ ਦੇ 'ਚ ਬਿਆਨ ਕੀਤਾ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ। ਸ਼ਾਇਦ ਆਪ ਨੂੰ ਪਤਾ ਹੋਵੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੁੰਜੀ ਕਹਿੰਦੇ ਨੇ। ਕੁੰਜੀ ਤਾਲਾ ਖੋਲ੍ਹਣ ਵਾਸਤੇ ਆਉਂਦੀ ਹੈ। ਕੁਝ ਸ਼ਬਦਾਂ ਨੂੰ ਭਾਈ ਗੁਰਦਾਸ ਜੀ ਨੇ ਖੋਲ੍ਹਿਆ ਬਈ ਪੜ੍ਹਨ ਲੱਗਿਆਂ ਸਮਝਣ ਲੱਗਿਆਂ ਸਿੱਖ ਕਿਧਰੇ ਧੋਖਾ ਨਾ ਖਾ ਜਾਣ, ਅਰਥਾਂ ਦਾ ਅਨਰਥ ਨਾ ਕਰ ਬੈਠਣ। ਤਾਂ ਮੇਰੇ ਦੇਖ ਕੋਈ 150 ਦੇ ਕਰੀਬ ਸ਼ਬਦ ਭਾਈ ਗੁਰਦਾਸ ਨੇ ਖੋਲ੍ਹੇ ਨੇ। ਆ ਜਿਵੇਂ ਸਲੋਕ ਹੈ ਜਪਜੀ ਸਾਹਿਬ ਦਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਅਰਥਾਂ ਦਾ ਕੋਈ ਅਨਰਥ ਨਾ ਕਰ ਬੈਠੇ। ਇਹਦੇ ਵੀ ਅਰਥ ਭਾਈ ਗੁਰਦਾਸ ਜੀ ਨੇ ਲਿਖੇ ਨੇ। ਪਵਨ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਜੋਗ ਬਣਾਇਆ। ਇਹ ਆਪਾਂ ਜੋ ਬੋਲਦੇ ਹਾਂ ਨਾ, ਬੋਲਣਾ ਪਵਨ ਕਰਕੇ, ਦੇਹੀ ਮਾਟੀ ਬੋਲੇ ਪਵਨ। ਜੈਸੇ ਬੋਲਣ ਦਾ ਖਿਆਲ ਆਉਂਦਾ ਹਵਾ ਨਾਭੀ ਨਾਲ ਟਕਰਾਉਂਦੀ ਹੈ, ਧੁਨ ਪੈਦਾ ਹੁੰਦੀ ਹੈ, ਇਹ ਪਵਨ ਕਰਕੇ ਆਉਂਦਾ ਹੈ। ਅਤੇ ਮਨੁੱਖ ਬੋਲੇ ਹੀ ਨਾ, ਜਪੇ ਹੀ ਨਾ ਵਾਹਿਗੁਰੂ ਵਾਹਿਗੁਰੂ, ਅਤੇ ਪ੍ਰਭੂ ਨਾਲ ਕਿਵੇਂ ਜੁੜੇਗਾ? ਅਤੇ ਬੋਲਣਾ ਪਵਨ ਕਰਕੇ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਧਾਰਮਿਕ ਜਗਤ ਦੇ 'ਚ ਇਹਨਾਂ 5 ਤੱਤਾਂ ਦੇ 'ਚ ਪਵਨ ਪ੍ਰਧਾਨ ਹੈ, ਸਿਰਮੌਰ ਹੈ, ਗੁਰੂ ਹੈ। ਇਸ ਤਰ੍ਹਾਂ ਦੇ 150 ਸ਼ਬਦਾਂ ਨੂੰ ਭਾਈ ਗੁਰਦਾਸ ਨੇ ਖੋਲ੍ਹਿਆ। ਤਾਂ ਭਾਈ ਗੁਰਦਾਸ ਜੀ ਦੇ ਜ਼ਮਾਨੇ 'ਚ ਹੀ ਸਿੱਖ ਕਹਿਣ ਲੱਗ ਪਏ ਸਨ, ਭਾਈ ਜੀ ਤੁਹਾਡੇ ਬੋਲ ਤੇ ਕੁੰਜੀ ਨੇ, ਸ਼ਬਦਾਂ ਨੂੰ ਖੋਲ੍ਹਦੇ ਨੇ, ਖੋਲ੍ਹਦੇ ਨੇ। 2 ਸਵਈਏ ਮੈਂ ਤੁਹਾਡੇ ਸਾਹਮਣੇ ਰੱਖਾਂ, ਔਰ ਇਹਦੇ 'ਚ ਭਾਈ ਗੁਰਦਾਸ ਜੀ ਦੀ ਬੜੀ ਭਾਰੀ ਨਿਰਮਾਣਤਾ ਵੀ ਪ੍ਰਗਟ ਹੁੰਦੀ ਹੈ, ਵਿਨਿਮਰਤਾ। ਪਹਿਲਾ ਸਵਈਆ, ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਵਰੀ। ਇੱਕ ਪੰਕਤੀ। ਹੇ ਪ੍ਰਭੂ ਆਪਣੇ ਕੋਲ ਇਸ ਤਰ੍ਹਾਂ ਦਾ ਕੋਈ ਰੂਪ ਵੀ ਨਹੀਂ ਕਿ ਰੂਪ ਕਰਕੇ ਦੂਜੇ ਨੂੰ ਮੁਤਾਸਰ ਕਰੀਏ, ਤੈਨੂੰ ਮੁਤਾਸਰ ਕਰੀਏ। ਤੂੰ ਸਾਡੇ ਰੂਪ ਤੇ ਰੀਝੈਂ, ਐਸਾ ਰੂਪ ਵੀ ਕੋਈ ਨਹੀਂ। ਰੂਪਹੀਨ ਕੁਲਹੀਨ, ਆਪਣੀ ਕੋਈ ਕੁਲ ਜ਼ਾਤ ਵੀ ਉੱਚੀ ਨਹੀਂ ਹੈ। ਹੰਕਾਰ ਗੁਣਾਂ 'ਤੇ ਅਸਵਾਰ ਹੋ ਕੇ ਚੱਲਦਾ ਹੈ। ਸਾਡੀ ਮਾੜੀ ਮੋਟੀ ਜ਼ਾਤ ਨਹੀਂ ਹੈ, ਉੱਚੀ ਜ਼ਾਤ ਦੇ ਆ। ਫਿਰ ਰੂਪ ਦਾ ਵੀ ਬੜਾ ਭਾਰੀ ਹੰਕਾਰ ਹੁੰਦਾ ਹੈ। ਰੂਪਵੰਤ ਹੋਈ ਨਾਹੀ ਮੋਏ, ਪ੍ਰਭ ਕੀ ਜੋਤ ਜੋਤ ਸਗਲ ਘਟ ਸੋਏ।
ਜੇ ਜਾਣੇ ਹੋ ਜੋਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਜਿਹਨੂੰ ਆਪਣੇ ਰੂਪ 'ਤੇ ਬੜਾ ਮਾਣ ਹੈ ਅਤੇ ਹੰਕਾਰ ਹੈ, ਮਹਾਰਾਜ ਕਹਿੰਦੇ ਨੇ ਬਿਸ਼ਟਾ ਦਾ ਕੀੜਾ ਬਣੇਗਾ। ਚਲਤ ਕਦ ਟੇਡੇ ਟੇਡੇ ਅਸਤ ਚਰਮ ਬਿਸ਼ਟਾ ਕੇ ਮੂੰਹ ਦੇ ਦੁਰਗੰਧ ਹੀ ਕੇ ਬੇੜੇ। ਕਿਉਂ ਇਤਨਾ ਜੋਬਨ ਦਾ ਹੰਕਾਰ ਪਿਆ ਕਰਨਾ? ਹੰਕਾਰ ਰੂਪ 'ਤੇ, ਰੰਗ 'ਤੇ, ਕੁਲ 'ਤੇ, ਧਨ 'ਤੇ, ਸੰਪਤਾ 'ਤੇ, ਸ਼ਕਤੀ 'ਤੇ, ਗੁਣਾਂ ਦੇ ਆਸਰੇ 'ਤੇ ਹੰਕਾਰ ਵੱਧਦਾ ਹੈ ਮਨੁੱਖ ਦਾ। ਔਗੁਣਾਂ ਦੇ ਉੱਤੇ ਹੰਕਾਰ ਚੱਲ ਹੀ ਨਹੀਂ ਸਕਦਾ। ਦੇਖੋ ਇੱਕੋ ਉਦਾਹਰਣ ਦਿਆਂ, ਇੱਕ ਮਨੁੱਖ ਕਹਿ ਸਕਦਾ ਹੈ ਮੈਂ ਮਾੜਾ ਮੋਟਾ ਦਾਨੀ ਨਹੀਂ, ਬਹੁਤ ਵੱਡਾ ਦਾਨੀ ਹਾਂ। ਪਰ ਇੱਕ ਮਨੁੱਖ ਕਿਸ ਤਰ੍ਹਾਂ ਕਹਿ ਸਕਦਾ ਹੈ ਮੈਂ ਮਾੜਾ ਮੋਟਾ ਚੋਰ ਨਹੀਂ, ਬਹੁਤ ਵੱਡਾ ਚੋਰ ਹਾਂ। ਚੋਰੀ ਦਾ ਕੀ ਹੰਕਾਰ? ਗਿਆਨ ਤੇ ਹੰਕਾਰ ਹੋ ਸਕਦਾ ਹੈ ਮੈਂ ਮਾੜਾ ਮੋਟਾ ਗਿਆਨੀ ਨਹੀਂ, ਬਹੁਤ ਵੱਡਾ ਗਿਆਨੀ ਹਾਂ। ਪਰ ਮੂਰਖਤਾ ਦਾ ਕੀ ਹੰਕਾਰ? ਮਨੁੱਖ ਕਹਿ ਸਕਦਾ ਕਿ ਮੈਂ ਮਾੜਾ ਮੋਟਾ ਮੂਰਖ ਨਹੀਂ, ਬਹੁਤ ਵੱਡਾ ਮੂਰਖ ਹਾਂ। ਹਮੇਸ਼ਾ ਹੰਕਾਰ ਗੁਣਾਂ 'ਤੇ ਅਸਵਾਰ ਹੋ ਕੇ ਚੱਲਦਾ ਹੈ। ਭਾਈ ਸਾਹਿਬ ਕਹਿੰਦੇ ਨੇ ਆਪਣੇ ਕੋਲ ਹੈ ਨਹੀਂ ਕੋਈ ਗੁਣ। ਰੂਪਹੀਨ, ਕੁਲਹੀਨ, ਗੁਣਹੀਨ, ਗਿਆਨਹੀਨ, ਸੋਭਾਹੀਨ, ਭਾਗਹੀਨ, ਤਪਹੀਨ, ਬਾਵਰੀ। ਇੱਕ ਪੰਕਤੀ ਦੇ ਚੇਤਨਾ ਕਹਿ ਦਿੱਤਾ ਹੈ। ਨਾ ਸਾਡੇ ਕੋਲ ਗੁਣ ਹੈ, ਨਾ ਸਾਡੇ ਕੋਲ ਗਿਆਨ, ਨਾ ਸਾਡੀ ਕੋਈ ਕੁਲ ਉੱਚੀ ਹੈ, ਨਾ ਸਾਡੇ ਕੋਈ ਰੂਪ ਮਹਾਨ ਹੈ। ਰੂਪਹੀਨ, ਕੁਲਹੀਨ, ਗੁਣਹੀਨ, ਗਿਆਨਹੀਨ, ਸੋਭਾਹੀਨ, ਭਾਗਹੀਨ, ਤਪਹੀਨ, ਬਾਵਰੀ। ਸਾਡੀ ਕੋਈ ਪ੍ਰਾਲਬਧ ਵੀ ਇਤਨੀ ਵੱਡੀ ਨਹੀਂ ਕਿ ਤੂੰ ਮਿਲੇ। ਭਾਗ ਵੀ ਐਸੇ ਨਹੀਂ ਨੇ। ਫਿਰ ਸਾਡੇ ਕੋਲ ਤਪ ਵੀ ਕੋਈ ਨਹੀਂ, ਜਪ ਵੀ ਕੋਈ ਨਹੀਂ, ਜਿਸ ਕਰਕੇ ਤੈਨੂੰ ਪ੍ਰਾਪਤ ਕਰ ਸਕੀਏ। ਇਹ ਪੰਕਤੀ ਇੱਕ ਬੜੀ ਸਾਰਥਿਕ ਹੈ। ਅਗਲੀਆਂ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ। ਦ੍ਰਿਸ਼ਟ ਦਰਸਹੀਨ, ਸ਼ਬਦ ਸੁਰਤਹੀਨ, ਬੁੱਧ ਬਲਹੀਨ, ਸੂਦੇ ਹਸਤ ਨਾ ਪਾਵਰੀ। ਵੇਖ ਸਕੀਏ ਪ੍ਰਭੂ ਆਪਣੇ ਕੋਲ ਅੱਖਾਂ ਹੀ ਕੋਈ ਨਹੀਂ, ਸੁਣ ਸਕੀਏ ਸਾਡੇ ਕੋਲ ਕੰਨ ਹੀ ਕੋਈ ਨਹੀਂ, ਬੋਲ ਸਕੀਏ ਇਹ ਪ੍ਰਭੂ ਆਪਣੇ ਕੋਲ ਜ਼ਬਾਨ ਹੀ ਕੋਈ ਨਹੀਂ। ਦ੍ਰਿਸ਼ਟ ਦਰਸਹੀਨ, ਸ਼ਬਦ ਸੁਰਤਹੀਨ, ਬੁੱਧ ਬਲਹੀਨ, ਸੂਦੇ ਹਸਤ ਨਾ ਪਾਵਰੀ। ਤੈਨੂੰ ਸਮਝ ਸਕੀਏ ਸਾਡੇ ਕੋਲ ਅਕਲ ਵੀ ਕੋਈ ਨਹੀਂ। ਫਿਰ ਹੱਥ ਵੀ ਟੁੰਡੇ ਨੇ, ਪੈਰ ਵੀ ਲੰਗੜੇ ਨੇ, ਚੱਲ ਸਕੀਏ ਪੈਰ ਵੀ ਕੋਈ ਨਹੀਂ, ਕਰ ਸਕੀਏ ਹੱਥ ਵੀ ਕੋਈ ਨਹੀਂ। ਇਹ ਦੂਜੀ ਪੰਕਤੀ। ਦ੍ਰਿਸ਼ਟ ਦਰਸਹੀਨ, ਸ਼ਬਦ ਸੁਰਤਹੀਨ, ਬੁੱਧ ਬਲਹੀਨ, ਸੂਦੇ ਹਸਤ ਨਾ ਪਾਵਰੀ। ਪ੍ਰੀਤਹੀਨ, ਰੀਤਹੀਨ, ਭਾਏ ਬੈ ਪ੍ਰਤੀਤਹੀਨ, ਚਿੱਤਹੀਨ, ਬਿੱਤਹੀਨ, ਸਹਿਜ ਸੁਭਾਵਰੀ। ਹੇ ਪ੍ਰਭੂ ਹਿਰਦੇ 'ਚ ਤੇਰੀ ਪ੍ਰੀਤ ਵੀ ਕੋਈ ਨਹੀਂ, ਫਿਰ ਤੇਰੇ 'ਤੇ ਵਿਸ਼ਵਾਸ ਵੀ ਕੋਈ ਨਹੀਂ, ਪ੍ਰਤੀਤ ਵੀ ਕੋਈ ਨਹੀਂ, ਭਰੋਸਾ ਵੀ ਕੋਈ ਨਹੀਂ। ਮਨ ਡੋਲਦਾ ਹੈ, ਭਰੋਸਾ ਟੁੱਟ ਜਾਂਦਾ ਹੈ। ਨਾ ਹਿਰਦੇ 'ਚ ਤੇਰੇ ਵਾਸਤੇ ਪ੍ਰੀਤ ਹੈ, ਨਾ ਤੇਰੇ 'ਤੇ ਕੋਈ ਪੂਰਾ ਭਰੋਸਾ ਹੈ। ਪ੍ਰੀਤਹੀਨ, ਰੀਤਹੀਨ, ਭਾਏ ਬੈ ਪ੍ਰਤੀਤਹੀਨ, ਚਿੱਤਹੀਨ, ਬਿੱਤਹੀਨ, ਸਹਿਜ ਸੁਭਾਵਰੀ। ਤੇਰਾ ਚਿੰਤਨ ਕਰ ਸਕੀਏ ਸਾਡੇ ਕੋਲ ਯਾਦ ਸ਼ਕਤੀ ਕੋਈ ਨਹੀਂ, ਚੇਤਾ ਹੀ ਕੋਈ ਨਹੀਂ, ਕੋਈ ਸਮਰੱਥਾ ਹੀ ਕੋਈ ਨਹੀਂ, ਅਤੇ ਸਾਡਾ ਕੋਈ ਸਹਿਜ ਸੁਭਾਅ ਵੀ ਨਹੀਂ ਹੈ। ਸਾਡੇ ਕੋਲ ਸ਼ਾਂਤੀ ਵੀ ਨਹੀਂ, ਗਹਿਰਾਈ ਵੀ ਨਹੀਂ, ਦੂਰ ਦ੍ਰਿਸ਼ਟੀ ਵੀ ਨਹੀਂ। ਇਹ ਤੀਜੀ ਪੰਕਤੀ। ਪ੍ਰੀਤਹੀਨ, ਰੀਤਹੀਨ, ਭਾਏ ਬੈ ਪ੍ਰਤੀਤਹੀਨ, ਚਿੱਤਹੀਨ, ਬਿੱਤਹੀਨ, ਸਹਿਜ ਸੁਭਾਵਰੀ। ਅੰਗ ਅੰਗਹੀਨ, ਧੀਨਾ ਧੀਨ, ਪ੍ਰਾਚੀਨ ਲਗ, ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ। ਇਹ ਪ੍ਰਭੂ ਤੇਰੇ ਚਰਨ ਕਿਸ ਤਰ੍ਹਾਂ ਪ੍ਰਾਪਤ ਹੋਵਨ? ਅੰਗ ਅੰਗ 'ਤੇ ਟੁੱਟਿਆ ਪਿਆ, ਨਾ ਪੈਰ ਨੇ, ਨਾ ਹੱਥ ਨੇ, ਨਾ ਅੱਖਾਂ ਨੇ, ਨਾ ਕੰਨ ਨੇ, ਨਾ ਜ਼ਬਾਨ ਹੈ। ਗੁਸਤਾਖੀ ਮਾਫ। ਨਾ ਮਨੁੱਖ ਵੇਖ ਸਕੇ, ਨਾ ਸੁਣ ਸਕੇ, ਨਾ ਬੋਲ ਸਕੇ, ਨਾ ਚੱਲ ਸਕੇ, ਨਾ ਕਰ ਸਕੇ,
ਪੱਥਰ ਤੇ ਮਨੁੱਖ ਦੇ 'ਚ ਕੀ ਫਰਕ ਹੈ? ਕੀ ਫਰਕ ਹੈ? ਸਰੀਰ ਕਰਕੇ ਮਨੁੱਖ ਸਭ ਕੁਝ ਹੋਵੇਗਾ, ਧਰਮ ਕਰਕੇ ਪੱਥਰ ਦਾ ਪੱਥਰ ਹੈ। ਗੁਸਤਾਖੀ ਮਾਫ। ਇਸ ਸ਼ਬਦ ਦੇ ਜੋ ਅਰਥ ਨੇ ਭਾਈ ਗੁਰਦਾਸ ਜੀ ਦੇ ਮੈਂ ਤੁਹਾਡੇ ਸਾਹਮਣੇ ਕਰਾਂ। ਪੱਥਰ ਦੇ ਪੱਥਰ ਹੈ, ਨਾ ਪਰਮਾਤਮਾ ਦਿਖਾਈ ਦਿੰਦਾ, ਨਾ ਸੁਣਾਈ ਦਿੰਦਾ। ਉਹਦਾ ਬੋਲ ਗੂੰਜਦਾ ਪਿਆ ਬ੍ਰਹਿਮੰਡ ਦੇ 'ਚ, ਕਿੱਥੇ ਸੁਣਾਈ ਦਿੰਦਾ? ਨਾ ਰਸਨਾ ਨੇ ਜਪ ਆਰੰਭ ਕੀਤਾ ਹੋਵੇ, ਨਾ ਉਹ ਦਿਖਾਈ ਦਿੰਦਾ ਹੋਵੇ, ਨਾ ਉਹ ਸੁਣਾਈ ਦਿੰਦਾ ਹੋਵੇ, ਨਾ ਸੁਰਤ ਚੱਲੀ ਹੋਵੇ, ਨਾ ਉਹਦਾ ਦਾਮਨ ਹੱਥ ਦੇ 'ਚ ਹੋਵੇ, ਤਾਂ ਖੇਡ ਤੇ ਖਤਮ।